TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਕੇਐਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਲੈ ਕੇ ਖੁੱਲ੍ਹਾ ਸੱਦਾ। ਉਮੀਦ ਕਰਦਾ ਅੱਜ ਵਾਲਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਵੇਗਾ। ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਦੀ ਕਰਿਆ ਕਰੋ, ਕਿਉਂਕਿ ਜਦੋਂ ਤੁਸੀਂ ਸਾਨੂੰ ਫੀਡਬੈਕ ਪਹੁੰਚਾਉਂਦੇ ਹੋ ਤੇ ਸਾਡੀ ਹੱਲਾਸ਼ੇਰੀ ਜਿਹੜੀ ਆ ਇੱਕ ਕਿਸਮ ਦੀ ਪ੍ਰੋਗਰਾਮ ਨੂੰ ਕਰਨ ਦੀ ਹੋਰ ਜਿਹੜੀ ਆ ਉਹ ਬਣ ਜਾਂਦੀ ਹੈਗੀ ਆ। ਆਓ ਅੱਜ ਦੇ ਆਪਾਂ ਟੌਪਿਕ ਵੱਲ ਚੱਲਦੇ ਹੈਗੇ ਆ। ਅੱਜ ਆਪਾਂ ਦੋ ਖਬਰਾਂ ਦੇ ਉੱਤੇ ਖਾਸ ਤੌਰ ਤੇ ਝਾਤ ਮਾਰਾਂਗੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਗੁਰਪੁਰਬ ਦੇ ਸੰਬੰਧ ਦੇ ਵਿੱਚ ਮੈਂ ਸਾਰੀ ਲੋਕਾਈ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਗੁਰਪੁਰਬ ਦੇ ਮੌਕੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ। ਆਪਾਂ ਪਹਿਲਾਂ ਇਸ ਦੇ ਉੱਤੇ ਹੀ ਗੱਲਬਾਤ ਜਿਹੜੀ ਆ ਉਹ ਕਰ ਲਵਾਂਗੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸਮਾਗਮ ਹੈ 400 ਸਾਲਾ ਗੁਰਪੁਰਬ ਦੇ ਤੌਰ ਦੇ ਉੱਤੇ ਮਨਾਇਆ ਜਾ ਰਿਹਾ ਤੇ ਉਹਨੂੰ ਵੱਡੇ ਤੌਰ ਦੇ ਉੱਤੇ ਜਿਹੜਾ ਹੈ ਉਹ ਬਹੁਤ ਵੱਡੇ ਰੂਪ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਹੈਗਾ। ਉਹ ਪ੍ਰਚਾਰਨ ਦੇ ਵਾਸਤੇ ਜਿਹੜਾ ਹੈ ਉਹ ਬਹੁਤ ਕੁਝ ਜਿਹੜਾ ਉਹ ਇੰਡੀਅਨ ਗਵਰਨਮੈਂਟ ਭਾਰਤੀ ਸਟੇਟ ਜਿਹੜੀ ਆ ਉਹ ਕਰ ਰਹੀ ਹੈਗੀ ਆ। ਉਹ ਪੇਸ਼ ਤਾਂ ਇਦਾਂ ਕਰ ਰਹੀ ਹੈਗੀ ਆ ਕਿ ਅਸੀਂ ਜਿਹੜਾ ਹੈ ਸਿੱਖਾਂ ਦੇ ਬਿਲਕੁਲ ਹਮਦਰਦੀਆਂ, ਸਿੱਖਾਂ ਦੇ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਆ ਤੇ ਅਸੀਂ ਸਿੱਖਾਂ ਨੂੰ ਬਹੁਤ ਵੱਡੀ ਤਰਜੀਹ ਜਿਹੜੀ ਆ ਉਹ ਦਿੰਦੇ ਹੈਗੇ ਆ। ਬਹੁਤ ਸਾਰੇ ਭਾਸ਼ਣ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੇ ਗਏ, ਕੱਲ ਕੀਤੇ ਸੀ, ਅੱਜ ਨਰਿੰਦਰ ਮੋਦੀ ਵੱਲੋਂ ਆ ਕੇ ਉੱਥੇ ਭਾਸ਼ਣ ਦੇਣਾ ਲਾਲ ਕਿਲ੍ਹੇ ਦੇ ਉੱਤੇ। ਇਹ ਸਾਰਾ ਕੁਝ ਜੋ ਕੁਝ ਵੀ ਇਹ ਹੋਇਆ ਇਹਦੇ ਵਿੱਚ ਮੈਨੂੰ ਯਾਦ 1975 ਦੀ ਜਿਹੜੀ ਆ ਉਹ ਆ ਜਾਂਦੀ ਹੈਗੀ ਆ ਕਿ ਬਹੁਤ ਕੁਝ ਉਦੋਂ ਵੀ ਇਸ ਤਰ੍ਹਾਂ ਦੇ ਨਾਲ ਹੋਇਆ ਵਾਪਰਿਆ। ਵੈਸੇ ਸਿੱਖਾਂ ਨੂੰ ਇਹ ਕਦੀ ਸੂਟ ਨਹੀਂ ਕੀਤਾ, ਸਿੱਖਾਂ ਨੂੰ ਇਹ ਕਦੀ ਜਿਹੜਾ ਹੈ ਉਹ ਇਹ ਚੀਜ਼ ਜਿਹੜੀ ਆ ਨਾ ਉਹ ਮੁਨਾਫਾ ਨਹੀਂ ਦੇ ਕੇ ਗਈ। ਜਦੋਂ ਵੀ ਭਾਰਤ ਸਰਕਾਰ ਨੇ ਕਿਸੇ ਵੀ ਰੂਪ ਦੇ ਵਿੱਚ ਸਿੱਖਾਂ ਦੇ ਨਾਲ, ਸਿੱਖਾਂ ਦੇ ਕਿਸੇ ਵੀ ਗੁਰੂ ਸਾਹਿਬਾਨ ਦੀ ਜਿਹੜੀ ਕੋਈ ਵੀ ਸਮਾਗਮ ਨੂੰ ਵੱਡੇ ਰੂਪ ਦੇ ਵਿੱਚ ਮਨਾਇਆ, ਕਿਉਂਕਿ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਦਾ ਕਾਰਨ ਹੁੰਦਾ। ਤੇ ਉਸ ਤੋਂ ਬਾਅਦ ਸਿੱਖ ਕੌਮ ਦੇ ਗਲ ਕੁਝ ਅਜਿਹੀਆਂ ਜਿਹੜੀਆਂ ਨੇ ਉਹ ਚੀਜ਼ਾਂ ਪਾ ਦਿੱਤੀਆਂ ਜਾਂਦੀਆਂ ਨੇ ਕਿ ਫਿਰ ਬਹੁਤ ਦੇਰ ਤੱਕ ਕੌਮ ਜਿਹੜੀ ਆ ਉਹਦੇ ਉੱਤੇ ਫਿਰ ਲੜਦੀ ਆ, ਉਹਦੇ ਤੇ ਬਹੁਤ ਕੁਝ ਜਿਹੜਾ ਹੈ ਉਹ ਹੋ ਜਾਂਦਾ ਹੈਗਾ। ਤੇ 1975 ਦੇ ਬਾਅਦ ਤੋਂ ਫਿਰ ਤੇ ਆਪਾਂ ਜਾਣਦੇ ਹਾਂ ਕਿ ਕਿੰਨਾ ਕੁ ਸਿੱਖ ਕੌਮ ਦਾ ਖੂਨ ਡੁੱਲਿਆ ਤੇ ਹੁਣ ਤੱਕ ਡੁੱਲ ਰਿਹਾ ਹੈਗਾ। ਅੱਜ ਜਿਹੜੇ ਇਹ ਸਮਾਗਮ ਕੀਤੇ ਜਾ ਰਹੇ ਨੇ ਤੇ ਵੱਡੇ ਰੂਪ ਦੇ ਵਿੱਚ ਪ੍ਰਚਾਰਿਆ ਜਾ ਰਿਹਾ, ਉਹਨਾਂ ਨੂੰ ਕਰਵਾਉਣ ਵਾਲੇ ਕੌਣ ਲੋਕ ਨੇ? ਉਹਨਾਂ ਨੂੰ ਕਰਵਾਉਣ ਵਾਲੇ ਕੌਣ ਲੋਕ ਨੇ? ਕਿਹੜੇ ਲੋਕ ਨੇ ਕਿ ਜਿਹੜੇ ਸਿੱਖ ਕੌਮ ਦੇ ਵਿੱਚ ਕਿਤੇ ਉਹ ਪ੍ਰਵਾਨਿਤ ਵੀ ਹੈ ਨੇ? ਆਪਣੇ ਤੌਰ ਦੇ ਉੱਤੇ ਜੋ ਮਰਜ਼ੀ ਕਹੀ ਜਾਣ, ਕਿ ਅਸਲੀ ਸਿੱਖਾਂ ਦੇ ਵਾਸਤੇ ਉਹ ਕੋਈ ਮਾਡਲ ਹਨ ਜਾਂ ਸਿੱਖ ਉਹਨਾਂ ਨੂੰ ਆਪਣੇ ਸਿੱਖ ਮੰਨਦੇ ਵੀ ਨੇ? ਉਹਨਾਂ ਵਿੱਚ ਬਹੁਤ ਸਾਰੇ ਨਾਮ ਲਏ ਜਾ ਸਕਦੇ ਨੇ, ਪਰ ਸਭ ਤੋਂ ਇੱਕ ਨਾਮ ਮੈਂ ਜ਼ਰੂਰ ਲੈਣਾ ਚਾਹਾਂਗਾ ਮਨਜਿੰਦਰ ਸਿਰਸੇ ਦਾ। ਤੁਸੀਂ ਇਹ ਦੇਖੋ ਕਿ ਇਹੋ ਜਿਹੇ ਜਿਹੜੇ ਨੇ, ਜਿਹੜੇ ਆਲਮੋਸਟ ਸਿਆਸੀ ਦੱਲੇ ਨੇ, ਇਹ ਸਿਆਸੀ ਦੱਲੇ ਨੇ ਤੇ ਇਹ ਸਿੱਖ ਕੌਮ ਦੀ ਨੁਮਾਇੰਦਗੀ ਕਰ ਸਕਦੇ ਨੇ? ਪਹਿਲਾਂ ਤਾਂ ਇਹਨਾਂ ਦੀ ਔਕਾਤ ਹੀ ਨਹੀਂ ਹੈ ਕਿ ਇਹ ਸਿੱਖ ਕੌਮ ਦੀ ਜਿਹੜੀ ਆ ਉਹ ਕਿਸੇ ਵੀ ਪੱਖ ਦੇ ਨਾਲ ਨੁਮਾਇੰਦਗੀ ਕਰਨ। ਤੇ ਇਹਨਾਂ ਦਾ ਉਹਨਾਂ ਦੇ ਨਾਲ ਭਾਜਪਾਈਆਂ ਦੇ ਨਾਲ RSS ਦੇ ਨਾਲ ਸਟੇਜਾਂ ਸ਼ੇਅਰ ਕਰਨਾ, ਚਾਹੇ ਉਹ ਫਿਰ ਪ੍ਰਾਈਮ ਮਿਨਿਸਟਰ ਹੋਵੇ ਤੇ ਜਾਂ ਫਿਰ ਗ੍ਰਹਿ ਮੰਤਰੀ ਹੋਵੇ ਤੇ ਜਾਂ ਕੋਈ ਹੋਰ ਮੰਤਰੀ ਹੋਵੇ, ਕਿਉਂਕਿ ਇਹ ਜੋ ਕੁਝ ਵੀ ਹੋ ਰਿਹਾ ਡਰਾਮਾ, ਇਹ ਇੱਕ ਤੇ ਡਰਾਮੇ ਦੇ ਰੂਪ ਦੇ ਵਿੱਚ ਹੋ ਰਿਹਾ ਤੇ ਦੂਜਾ ਜਿਹੜਾ ਵੱਡਾ ਕਾਰਨ ਉਹਦਾ ਇਹ ਹੈਗਾ ਕਿ ਸਿੱਖਾਂ ਦੀਆਂ ਵੱਡੇ ਰੂਪ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਉੱਚੀ ਆਵਾਜ਼ ਵਿੱਚ ਹੁਣ ਬਾਕੀ ਸੁਰਾਂ ਜਿਹੜੀਆਂ ਨੇ ਉਹ ਖਾਸ ਤੌਰ ਦੇ ਉੱਤੇ ਸਿੱਖ ਡਾਇਸਪੋਰਾ ਦੀਆਂ ਉਹ ਬਹੁਤ ਵੱਡੇ ਰੂਪ ਦੇ ਵਿੱਚ ਜਿਹੜੀਆਂ ਨੇ ਉਹ ਆ ਰਹੀਆਂ ਨੇ। ਕੱਲੀਆਂ ਸਿੱਖ ਡਾਇਸਪੋਰਾ ਦੀਆਂ ਨਹੀਂ, ਪੰਜਾਬ ਦੇ ਵਿੱਚ ਜਾਗਦੀ ਜ਼ਮੀਰਾਂ ਵਾਲੇ ਜਿਹੜੇ ਲੋਕ ਨੇ ਉਹਨਾਂ ਦੀਆਂ ਬਾਗੀ ਸੁਰਾਂ ਜਿਹੜੀਆਂ ਨੇ ਹੁਣ ਬਹੁਤ ਵੱਡੇ ਰੂਪ ਦੇ ਵਿੱਚ ਨੇ। ਤੇ ਇਹ RSS, ਇਹ ਭਾਜਪਾਈ, ਇਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਅਸੀਂ ਕੁਝ ਸਿੱਖ ਦਿਖਣ ਵਾਲੇ ਜਿਹੜੇ ਚਿਹਰੇ ਨੇ ਉਹਨਾਂ ਨੂੰ ਆਪ ਲਾ ਕੇ ਤੇ ਉਹਨਾਂ ਬਾਕੀ ਲੋਕਾਂ ਨੂੰ ਅਸੀਂ ਇਹ ਦਿਖਾ ਕੇ ਕਿ ਅਸੀਂ ਹਮਦਰਦੀ ਤੁਹਾਡੇ ਨਾਲ ਬਹੁਤ ਜ਼ਿਆਦਾ ਕਰਦੇ ਹਾਂ, ਉਹ ਹਮਦਰਦ ਬਣਨ ਦਾ ਜਿਹੜਾ ਡਰਾਮਾ ਕਰਕੇ ਤੇ ਭੋਲੇ ਭਾਲੇ ਸਿੱਖਾਂ ਨੂੰ ਸ਼ਾਇਦ ਇਹ ਉਲਝਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਪਏ ਨੇ। ਇਹਦੇ ਨਾਲ ਨਾਲ
बहुत सारे लाल भुंडियां वाले कामरेड ਜਾਂ ਉੱਥੋਂ ਦਾ ਕੁਝ ਮੀਡੀਆ ਜਾਂ ਉੱਥੋਂ ਦੇ ਮੀਡੀਏ ਨਾਲ ਸੰਬੰਧਿਤ ਕੁਝ ਲੋਕ ਬਾਹਰ ਦੇ ਪਲੇਟਫਾਰਮਾਂ ਦੇ ਉੱਤੇ ਵੀ ਜਿਹੜਾ ਹੈ ਉਹ ਇਹ ਆਣ ਕੇ ਪੁਕਾਰ ਰਹੇ ਨੇ ਕਿ ਦੇਖੋ ਜੀ ਜੇ ਕੇਂਦਰ ਸਰਕਾਰ ਨੇ ਇਹ ਕੀਤਾ ਤੇ ਉਹਨਾਂ ਦੀ ਜਿਹੜੀ ਹੈ ਸਾਨੂੰ ਸ਼ਲਾਘਾ ਕਰਨੀ ਤਾਂ ਬਣਦੀ ਆ, ਸ਼ਲਾਘਾ ਕਰਨੀ ਤਾਂ ਬਣਦੀ ਆ। ਉਹ ਇਹ ਬਹੁਤ ਜਿਹੜਾ ਹੈ ਉਹ ਮੈਂ ਪਿਛਲੇ 2 ਦਿਨ ਤੋਂ ਬਹੁਤ ਸਾਰੇ ਰੇਡੀਓ TV ਚੈਨਲ ਦੇ ਉੱਤੇ ਸੁਣ ਰਿਹਾ ਕਿ ਇਹ ਗੱਲ ਜਿਹੜੀ ਆ ਉਹ ਬੜੇ ਵੱਡੇ ਰੂਪ ਦੇ ਵਿੱਚ ਪ੍ਰਚਾਰੀ ਜਾ ਰਹੀ ਆ। ਪਰ ਹਰ ਪੱਖ ਦੇ 2 ਪਹਿਲੂ ਹੁੰਦੇ ਨੇ। ਹੁਣ ਜਿਹੜੇ ਤਾਂ ਜਾਗਦੀਆਂ ਜ਼ਮੀਰਾਂ ਵਾਲੇ ਨੇ, ਜਾਗਦੇ ਸਿਰ ਨੇ, ਜਿਨ੍ਹਾਂ ਦੀ ਵਿਜ਼ਨਰੀ ਲੋਕ ਨੇ, ਜਿਨ੍ਹਾਂ ਦੀ ਕੋਈ ਨਿਗਾਹ ਕੰਮ ਕਰਦੀ ਆ ਚੰਗੀ ਤਰ੍ਹਾਂ ਦੇ ਨਾਲ, ਉਹ ਲੋਕ ਤਾਂ ਇਸ ਭਾਂਚੇ ਦੇ ਵਿੱਚ ਕਦੀ ਨਾ ਆਏ ਸੀ ਤੇ ਨਾ ਆਉਣਗੇ, ਕਿਉਂਕਿ ਅਸਲ ਵਿੱਚ ਸਿੱਖਾਂ ਨੂੰ ਇਹ ਪਤਾ ਕਿ ਸਾਡੇ ਨਾਲ ਇਹਨਾਂ ਦੀ ਜਿਹੜੀ ਆ ਉਹ ਬਣਦੀ ਨਹੀਂ ਕਿਸੇ ਵੀ ਤਰੀਕੇ ਦੇ ਨਾਲ, ਤੇ ਖਾਸ ਤੌਰ ਤੇ ਦਿੱਲੀ ਦੇ ਵਿੱਚ ਬੈਠਿਆਂ ਤਾਂ ਬਿਲਕੁਲ ਹੀ ਨਹੀਂ ਬਣਦੀ। ਪਰ ਜਿਹੜੇ ਆ ਸਿੱਖ ਚਿਹਰੇ ਵਰਗੇ ਚਿਹਰੇ ਮੋਹਰੇ ਦਿਖਾ ਕੇ ਤੇ ਇਹ ਉਹ ਕਹਾਣੀ ਵਾਲੀ ਗੱਲ ਹੈਗੀ ਆ ਕਿ ਇੱਕ ਜਿਹੜਾ ਕੋਈ ਸੀਗਾ ਤਿੱਤਰ ਫੜਨ ਵਾਲਾ, ਉਹ ਤਿੱਤਰ ਵਾਲੇ ਨੂੰ ਉਹਨਾਂ ਨੇ ਕਿਹਾ ਕਿ ਭਾਈ ਆ ਤਿੱਤਰ ਵੇਚਦਾ ਸੀਗਾ, ਉਹ ਕਹਿੰਦਾ ਤੂੰ ਤਿੱਤਰ ਲੈ ਲਾ। ਉਹ ਕਹਿੰਦਾ ਠੀਕ ਆ, ਤਿੱਤਰ ਜਿਹੜਾ ਹੈਗਾ ਇਹ ਦੇ ਦੇ। ਉਹ ਕਹਿੰਦਾ ਇਹ ਕਿੰਨੇ ਦਾ? ਕਹਿੰਦਾ ਇਹ ਤਾਂ 20 ਰੁਪਏ ਦਾ। ਕਹਿੰਦਾ ਜਿਹੜਾ ਉਹ ਪਰਾਂ ਬੈਠਾ ਉਹ ਤਿੱਤਰ ਕਿੰਨੇ ਦਾ ਹੈਗਾ? ਉਹਨੂੰ ਕੋਈ ਪਰਾਂ ਰੱਖਿਆ? ਉਹ ਕਹਿੰਦਾ ਨਹੀਂ ਉਹ ਤਾਂ 500 ਰੁਪਏ ਦਾ। ਕਹਿੰਦਾ ਇਹ ਤਿੱਤਰ ਵੀ ਉਹੋ ਜਿਹਾ, ਉਹ ਵੀ ਤਿੱਤਰ ਉਹੋ ਜਿਹਾ, ਇਹ ਕਾਹਦੇ ਵਾਸਤੇ ਇਹਦਾ ਮੁੱਲ 20 ਰੁਪਏ ਆ ਤੇ ਉਹਨਾਂ ਦਾ 500 ਰੁਪਈਆ? ਕਹਿੰਦਾ ਨਹੀਂ ਉਹ ਕੀ ਕਰਦਾ ਕਿ ਉਹਨੂੰ ਮੈਂ ਛੱਡ ਦੇਣਾ ਤੇ ਉਹ ਫਿਰ ਆਪਣੀ ਆਵਾਜ਼ ਜਿਹੜੀ ਆ ਉਹ ਮਾਰਦਾ ਤੇ ਆਪਣੇ ਜਿਹੜੇ ਤਿੱਤਰ ਨੇ ਹੋਰ ਫਸਾ ਲਿਆਉਂਦਾ ਇਹਦੇ ਵਰਗੇ, ਤੇ ਫਿਰ ਇਹਨਾਂ ਨੂੰ ਮੈਂ ਮੀਆਂ 'ਚ ਵੇਚੀ ਜਾਣਾ। ਤੇ ਇਸ ਕਰਕੇ ਇਹ ਉਹ ਤਿੱਤਰ ਨੇ ਇਹਨਾਂ ਨੇ 500 ਰੁਪਏ ਵਾਲੇ ਪਾਲੇ ਹੋਏ। ਹੁਣ ਇਹਨਾਂ ਦੀ ਔਕਾਤ ਕਿੰਨੀ ਕਿਆ? ਇਹਨਾਂ ਦੀ ਔਕਾਤ ਜਿਹੜੀ ਹੈ ਉਹ ਬਿਲਕੁਲ ਕੁਛ ਨਹੀਂ ਹੈ। ਸਿੱਖ ਨੁਕਤਾ ਨਿਗਾਹ ਤੋਂ ਜਦੋਂ ਤੁਸੀਂ ਦੇਖੋਗੇ ਨਾ ਤਾਂ 0 ਹੈ, 0। ਸੋ ਇਸ ਕਰਕੇ ਚਾਹੇ ਅੱਜ ਉੱਥੇ ਆ ਕੇ ਲੱਖ ਸਿਫਤਾਂ ਕਰਨ, ਲੱਖ ਉਹ ਕਰਨ, ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੱਲਾ ਹਿੰਦ ਦੀ ਚਾਦਰ ਕਹਿ ਕੇ ਪੋਰਟਰੇਟ ਕਰਨ ਦੇ ਨਾਲ ਜਿਹੜਾ ਹੈ ਉਹ ਗੱਲ ਬਣਨੀ ਨਹੀਂ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਜ਼ੁਲਮ ਦੇ ਖਿਲਾਫ ਜਿਹੜਾ ਹੈ ਉਹ ਆਪਣਾ ਸ਼ੀਸ਼ ਦਿੱਤਾ ਸੀ। ਉਹਨਾਂ ਨੇ ਜਿਹੜਾ ਸੀਗਾ ਉਹ ਆਪਣੀ ਇਸ ਕਿਸੇ ਖਾਸ ਇੱਕ ਧਰਮ ਵਾਸਤੇ ਨਹੀਂ, ਉਹਨਾਂ ਨੇ ਜੇ ਕੋਈ ਹੋਰ ਵੀ ਉਹਦੀ ਜਗ੍ਹਾ ਦੇ ਉੱਤੇ ਹੁੰਦਾ ਤਾਂ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਜੀ ਇਹੀ ਕੋਸ਼ਿਸ਼ ਜਿਹੜਾ ਉਹ ਕਰਦੇ। ਸੋ ਜਿੱਦਾਂ ਦੇ ਨਾਲ ਪੋਰਟਰੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਦਾਂ ਦਾ ਨੈਰੇਟਿਵ ਸਿਰਜਿਆ ਜਾ ਰਿਹਾ, ਇਹ ਕੋਈ ਜਿਹੜੇ ਜਾਗਦੇ ਸਿਰਾਂ ਵਾਲੇ ਨੇ ਉਹ ਤਾਂ ਜਾਣਦੇ ਨੇ, ਪਰ ਕੁਛ ਭੋਲੇ ਤੇ ਅਣਭੋਲ ਜੇ ਲੋਕ ਜਿਹੜੇ ਨੇ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ। ਕੁਛ ਆ ਲਾਲ ਭੁੰਡੀ ਪੱਤਰਕਾਰਾਂ ਦੇ ਜਿਹੜੇ ਨੇ ਉਹ ਆ ਜਾਂਦੇ ਨੇ, ਕੁਛ ਖਰੀਦੇ ਹੋਏ ਚੈਨਲਾਂ ਦੇ ਜਿਹੜੇ ਨੇ ਉਹਨਾਂ ਦੇ ਭਾਂਚੇ 'ਚ ਆ ਜਾਂਦੇ ਨੇ। ਪਰ ਮੈਂ ਇੱਕ ਹੀ ਤੁਹਾਨੂੰ ਬੇਨਤੀ ਕਰਦਾ ਕਿ ਭਾਈ ਇਹਨਾਂ ਦਾ ਕਿਰਦਾਰ ਇਹੋ ਜਿਹਾ ਹੈ ਨਹੀਂ ਜੋ ਕੁਛ ਇਹ ਦਿਖਾ ਰਹੇ ਨੇ, ਤੇ ਜੋ ਤੁਹਾਡੇ ਉੱਥੇ ਪੱਗਾਂ ਬੰਨ੍ਹ ਕੇ ਬੀਬੀਆਂ ਦਾੜੀਆਂ ਛੱਡ ਕੇ ਜੋ ਕੁਛ ਵੀ ਇਹ ਕਰ ਰਹੇ ਨੇ, ਇਹ ਸਿਰਫ ਇੱਕ ਡਰਾਮਾ। ਇਸ ਡਰਾਮੇ ਤੋਂ ਉੱਤੇ ਕੁਛ ਨਹੀਂ। ਤੇ ਦੂਜਾ ਸਭ ਤੋਂ ਵੱਡਾ ਜਿਹੜਾ ਕਾਰਨ ਉਹ ਇਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੀਆਂ ਉੱਠ ਰਹੀਆਂ ਬਾਗੀ ਸੁਰਾਂ ਨੇ ਉਹਨਾਂ ਨੂੰ ਸਿਰਫ ਠੰਡਾ ਕਰਨ ਦੀ ਇਹਨਾਂ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈਗੀ ਆ, ਤੇ ਉਹ ਤਾਂ ਸ਼ਾਇਦ ਇਹ ਆਪਣੀ ਕੋਸ਼ਿਸ਼ ਵਿੱਚ ਕਦੀ ਕਾਮਯਾਬ ਜਿਹੜਾ ਉਹ ਨਹੀਂ ਹੋਣਗੇ। ਹੁਣ ਦੂਜੇ ਬੰਨੇ ਇਹਨਾਂ ਦੇ ਕਿਰਦਾਰ ਦੀ ਆਪਾਂ ਗੱਲ ਕਰਦੇ ਹਾਂ। ਜੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਇੰਨਾ ਹੀ ਪਿਆਰ ਕਰਦੇ ਆ ਤੇ ਆ ਜੋ ਕੁਛ ਇਹ ਕਰਦੇ ਪਏ ਨੇ, ਆ ਦੇਖ ਲਓ ਤੁਸੀਂ ਜਿਹੜਾ ਡੈਮ ਸੇਫਟੀ ਬਿੱਲ ਬਣਾ ਕੇ ਇਹਨਾਂ ਨੇ ਆ ਸਾਰਾ ਕੁਝ ਸੈਂਟਰ ਦੇ ਅੰਡਰ ਕਰ ਲਿਆ। ਹੁਣ ਸਭ ਤੋਂ ਜ਼ਿਆਦਾ ਜਿਹੜਾ ਡੈਮ ਦਾ ਰੌਲਾ ਪੈਂਦਾ ਉਹ ਪੰਜਾਬ ਦਾ ਪੈਂਦਾ ਹੈਗਾ, ਭਾਖੜਾ ਡੈਮ ਦਾ ਪੈਂਦਾ ਹੈਗਾ ਵੀ ਰਾਜਾਂ ਦੇ ਕੋਲੋਂ ਅਧਿਕਾਰ ਹੀ ਖਤਮ ਕਰ ਦਿੱਤੇ ਕਿ ਕਿੰਨਾ ਪਾਣੀ ਕਿਹਨੂੰ ਦੇਣਾ, ਕਿਦੋਂ ਦੇਣਾ, ਇਹ ਸਾਰਾ ਕੁਝ ਜਿਹੜਾ ਉਹ ਸੈਂਟਰ ਦੇ ਜਿਹੜਾ ਉਹ ਆਪਣੇ ਹੱਥ ਦੇ ਵਿੱਚ ਲੈ ਲਿਆ। ਤੇ ਚੁੱਭਦਾ ਕੀ ਆ? ਪੰਜਾਬ ਦੇ ਵਿੱਚ ਕੌਣ ਚੁੱਭਦੇ ਨੇ? ਸਿੱਖ ਚੁੱਭਦੇ ਨੇ। ਸੋ ਸਾਰਾ ਕੁਝ ਜੋ ਵੀ ਆਪਾਂ ਇਹ ਦੇਖ ਰਹੇ ਹੈਗੇ ਆ ਨਾ, ਇਹਨਾਂ ਦੀ ਕਹਿਣੀ ਤੇ ਇਹਨਾਂ ਦੀ ਕਥਨੀ ਦੇ ਵਿੱਚ ਬਹੁਤ ਜਿਹੜਾ ਵੱਡਾ ਉਹ ਫਰਕ ਹੈਗਾ। ਹੁਣ ਆਪਾਂ ਗੱਲ ਕਰ ਲੈਨੇ ਆ ਵੀ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਆ
ਉਹਦੇ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਰਦੀ ਹੈ। ਇੱਕ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰ ਦਿੱਤਾ ਚੰਡੀਗੜ੍ਹ ਦੇ ਮੁੱਦੇ ਦਾ ਹੈ। ਉਸ ਤੋਂ ਬਾਅਦ ਉਹ ਆਪਣਾ ਇੰਨਾ ਕੁ ਫਰਜ਼ ਨਿਭਾ ਕੇ ਉਸ ਤੋਂ ਬਾਅਦ ਉਹ ਚੁੱਪ, ਕਹਿੰਦੇ ਸੀ ਧਰਨਿਆਂ ਦੀ ਪਾਰਟੀ ਆ। ਉਹ ਭਾਈ ਤੁਸੀਂ 192 ਹੋ ਆ, ਨਾਲ ਬਾਕੀ ਜਿਹੜੇ 18 ਇੱਕ ਨੇ 3 ਇੱਕ ਨੇ ਨਾਲ ਲੈ ਕੇ ਭਾਈ ਤੁਸੀਂ ਧਰਨਾ ਮਾਰੋ ਜਾ ਕੇ ਦਿੱਲੀ ਦੇ ਵਿੱਚ ਕਿ ਤੁਸੀਂ ਸਾਡਾ ਪਾਣੀ ਜਿਹੜਾ ਹੈਗਾ ਜਾਂ ਜਿਹੜਾ ਭਾਖੜਾ ਡੈਮ ਦੇ ਤੁਸੀਂ ਜਿਹੜਾ ਸਾਡੇ ਮੈਂਬਰ ਸੀ ਉਹ ਕਿੱਦਾਂ ਤੁਸੀਂ ਲੈ ਲਏ। ਤੁਸੀਂ ਬੈਠ ਜਾਓ ਜਾ ਕੇ ਉੱਥੇ ਹੈ, ਨਾਲ ਉੱਥੇ ਉਹ ਲਾਲੇ ਨੂੰ ਵੀ ਲੈ ਲਿਓ, ਉਹ ਬੜਾ ਐਕਸਪਰਟ ਆ ਕਹਿੰਦੇ ਕਿ ਇਹ ਚੀਜ਼ਾਂ ਦੇ ਵਿੱਚ। ਪਰ ਉਹਦੀ ਐਕਸਪਰਟ ਜਿਹੜਾ ਪੁਣਾ ਨਾ ਉਹ ਉਰਾ ਹੀ ਚੱਲਦਾ, ਜਿੱਥੇ ਕਿ ਜੇ ਡਰਾਮਾ ਕਿਤੇ ਕਰਨਾ ਹੋਵੇ ਬਾਕੀ ਜਗ੍ਹਾ ਚੱਲਦਾ ਨਹੀਂ। ਹੁਣ ਆਪਣੇ ਸ਼੍ਰੀ ਭਗਵੰਤ ਮਾਨ ਜੀ ਇਸ ਪੱਖ ਤੋਂ ਬਿਲਕੁਲ ਚੁੱਪ ਨੇ ਤੇ ਬਾਕੀ ਭਗਤ ਵੀ ਜਿਹੜੇ ਨੇ ਉਹ ਚੁੱਪ ਨੇ। ਸੋ ਗੱਲ ਇਹ ਮੁੱਕਦੀ ਹੈਗੀ ਆ ਕਿ ਪੰਜਾਬ ਨੂੰ ਇਸ ਤਰ੍ਹਾਂ ਦੇ ਨਾਲ ਬਚਾਇਆ ਨਹੀਂ ਜਾ ਸਕਦਾ, ਕਿਉਂਕਿ ਪੰਜਾਬ ਨੂੰ ਜਿਹੜਾ ਕੋਈ ਗਦੀ ਨਸ਼ੀਨ ਤੁਸੀਂ ਕਰਦੇ ਹੋ ਉਹ ਵੀ ਲੁੱਟਣ ਖੋਹਣ ਦੇ ਉੱਤੇ ਲੱਗਿਆ ਹੋਇਆ, ਤੇ ਜਿਹੜੇ ਉੱਪਰ ਵਾਲੇ ਨੇ ਜਿਨ੍ਹਾਂ ਦੀ ਛਤਰੀ ਹੇਠ ਇਹ ਗਦੀ ਨਸ਼ੀਨ ਕੀਤੇ ਜਾਂਦੇ ਲੋਕ ਨੇ, ਜਿਨ੍ਹਾਂ ਦੀ ਛਤਰੀ ਹੇਠ ਸੂਬਾਦਾਰੀ ਦਿੱਤੀ ਜਾਂਦੀ ਆ, ਉਹ ਵੀ ਪੰਜਾਬ ਨੂੰ ਜਿਹੜਾ ਉਹ ਲੁੱਟਦੇ ਵੀ ਨੇ ਤੇ ਫਿਰ ਜੋ ਆਇਆ ਸਾਰਾ ਕੁਝ ਲੁੱਟ ਲਟਾ ਕੇ ਤੇ ਫਿਰ ਨਾਲ ਕੁੱਟਦੇ ਵੀ ਨੇ, ਸਾਰਾ ਕੁਝ ਕਰਦੇ ਨੇ। ਤੁਸੀਂ ਇਹ ਦੱਸੋ ਕਿ ਆ ਲਾਲਾ ਪੰਜਾਬ ਦੇ 92 ਪੁਲਿਸ ਵਾਲੇ ਜਿਹੜੇ ਨੇ ਉਹ ਲੈ ਗਿਆ, ਆ ਜਿਹੜੇ ਇਹਦੇ ਭਗਤ ਨੇ ਕਹਿੰਦੇ ਜੀ ਬੜਾ ਸਾਡਾ ਇਮਾਨਦਾਰ ਬੰਦਾ ਏ। ਤੁਸੀਂ ਇਹ ਦੱਸੋ ਕਿ ਇਹਦੀ ਇਮਾਨਦਾਰੀ ਕਿੱਧਰ ਜਾਂਦੀ ਹੈ ਵੀ 92 ਇਹ ਜਦੋਂ ਇਹ ਇੱਥੇ ਸੀਗਾ ਨਹੀਂ, ਇਹਨਾਂ ਦੀ ਪਾਰਟੀ ਇੱਥੇ ਸੱਤਾ ਦੇ ਵਿੱਚ ਨਹੀਂ ਸੀਗੀ, ਉਦੋਂ ਉਹਦਾ ਇਹਨਾਂ ਪੁਲਿਸ ਵਾਲਿਆਂ ਦੇ ਬਗੈਰ ਸਰ ਜਾਂਦਾ ਸੀ ਤੇ ਹੁਣ ਕਿੱਦਾਂ ਨਹੀਂ ਸਰਦਾ, ਕਿਉਂਕਿ ਇਹਦੇ ਹੱਥ ਪੁਲਿਸ ਆਈ ਆ। ਹੁਣ ਪੁਲਿਸ ਆਈ ਆ ਤੇ ਹੁਣ ਤੁਸੀਂ ਲਾ ਕੇ ਤੁਸੀਂ ਦੱਸ ਲਓ ਵੀ ਕਿੰਨੇ 2 ਲੱਖ ਬੰਦਿਆਂ ਦੇ ਉੱਤੇ ਜਾ ਕੇ ਜਿਹੜੇ ਨੇ ਇਹਨਾਂ ਨੇ ਪਰਚੇ ਦੇ ਦਿੱਤੇ, ਉੱਥੇ 2-3 ਗ੍ਰਿਫਤਾਰ ਵੀ ਕਰ ਲਏ ਵੀ ਭਾਈ ਅਸੀਂ ਧੱਕਾ ਕਰਾਂਗੇ ਤੁਹਾਡੇ ਨਾਲ, ਤੁਸੀਂ ਆ ਸਾਰਾ ਕੁਝ ਜਿਹੜਾ ਹੈ ਉਹ ਕਰਜ਼ੇ ਵਾਲੇ ਕਿਸਾਨ ਵੀ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਤੰਗ ਕੀਤਾ ਜਾਵੇ। ਕਾਰਨ ਉਹਦਾ ਇਹੀ ਆ ਕਿ ਇਹਨਾਂ ਨੇ ਬਖਸ਼ਣਾ ਕਿਸੇ ਨੂੰ ਵੀ ਨਹੀਂ ਹੈਗਾ, ਕਿਉਂਕਿ ਇਹਨਾਂ ਦੇ ਚਿਹਰੇ ਜਿਹੜੇ ਨੇ ਉਹ ਬਿਲਕੁਲ ਸਾਫ਼ ਨਹੀਂ ਹੈਗੇ, ਇਹਨਾਂ ਦੇ ਚਿਹਰੇ ਗੰਦਲੇ ਨੇ, ਇਹਨਾਂ ਦਾ ਦਿਲ ਕਾਲਾ, ਇਹਨਾਂ ਦੀ ਸੋਚਣੀ ਵੀ ਕਾਲੀ ਆ। ਤੇ ਸਾਡੇ ਲੋਕ ਭਗਤੀ ਦੇ ਵਿੱਚ ਇੰਨੇ ਲੀਨ ਹੋ ਜਾਂਦੇ ਨੇ ਕਿ ਉਹਨਾਂ ਨੂੰ ਇਦਾਂ ਲੱਗਦਾ ਕਿ ਬਸ ਅਸੀਂ ਨਾ ਇਹਨਾਂ ਦੀ ਭਗਤੀ ਕਰ ਲਈ ਤੇ ਧਰਮ ਨਾਲ ਰੱਬ ਦੀ ਭਗਤੀ ਜਿਹੜੀ ਆ ਉਹ ਕਰ ਲਈ, ਸਾਡਾ ਜਿਹੜਾ ਕੰਮ ਆ ਉਹ ਸਰ ਗਿਆ। ਸੋ ਮੈਂ ਇੱਕ ਹੀ ਗੱਲ ਬਾਰ-ਬਾਰ ਪੰਜਾਬੀਆਂ ਨੂੰ ਇਹ ਗੱਲ ਕਹਿਣਾ ਕਿ ਭਾਈ ਪੰਜਾਬ ਇਦਾਂ ਬਚਣਾ ਨਹੀਂ, ਨਾ ਤੁਹਾਡੇ ਕੋਲ ਪਾਣੀ ਆ, ਨਾ ਤੁਹਾਡੀ ਜਿਹੜੀ ਜ਼ਮੀਨ ਆ ਉਹ ਇਹਨਾਂ ਨੇ ਕਿਸੇ ਪੱਖ ਤੋਂ ਜਿਹੜੀ ਆ ਉਹ ਚੰਗੀ ਰਹਿਣ ਦਿੱਤੀ ਹੈਗੀ ਆ। ਪੈਸਟੀਸਾਈਡ ਪਾ ਕੇ ਬਾਕੀ ਤੁਹਾਡੇ ਕੋਲ ਫਸਲਾਂ ਲੈ ਕੇ ਤੁਹਾਡੀ ਜ਼ਮੀਨ ਨੂੰ ਨਪੁੰਸਕ ਕਰ ਦਿੱਤਾ, ਤੁਹਾਡੇ ਨੌਜਵਾਨ ਚਿੱਟੇ ਦੇ ਨਾਲ ਮਾਰ ਰਹੇ ਨੇ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਬਦਲਾਅ ਬਹੁਤ ਵੱਡਾ ਜਿਹੜਾ ਉਹ ਲੈਣ ਦਾ ਜਾਂ ਇੱਕ ਪ੍ਰਚਾਰ ਕਰਦੇ ਨੇ। ਲਾਲਾ ਜਿਹੜਾ ਉਹ ਹਰ ਜਗ੍ਹਾ ਦੇ ਉੱਤੇ ਪ੍ਰਚਾਰ ਕਰਦਾ ਪਿਆ ਕਿ ਭਾਈ ਅਸੀਂ ਤਾਂ ਜੀ ਪੰਜਾਬ ਦੇ ਵਿੱਚ 25 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਉੱਥੋਂ ਨਸ਼ਾ ਵੀ ਖਤਮ ਕਰਤਾ, ਉੱਥੇ ਅਸੀਂ ਜੀ ਭ੍ਰਿਸ਼ਟਾਚਾਰ ਵੀ ਜਿਹੜਾ ਖਤਮ ਕਰ ਦਿੱਤਾ, ਉੱਥੇ ਜੀ ਅਸੀਂ ਇੰਨੀ 20-25 ਦਿਨਾਂ 'ਚ ਇੰਨੀ ਤਰੱਕੀ ਕਰ ਦਿੱਤੀ। ਇਹ ਪ੍ਰਚਾਰ ਕੀਤਾ ਜਾ ਰਿਹਾ, ਉਹ ਸਾਰਾ ਪੈਸਾ ਵੀ ਪੰਜਾਬ ਦਾ ਜਿਹੜਾ ਉਹ ਉੱਥੇ ਲੱਗ ਰਿਹਾ। ਪਰ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਚਾਹਾਂ, ਭਗਵੰਤ ਮਾਨ ਜੋ ਇਸ ਇਲੈਕਸ਼ਨ ਤੋਂ ਪਹਿਲਾਂ ਉਹਦੇ ਫੇਸ ਦੇ ਉੱਤੇ ਖੁਸ਼ੀ ਸੀ ਨਾ, ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਕਿ ਭਗਵੰਤ ਮਾਨ ਦੇ ਫੇਸ ਦੇ ਉੱਤੇ ਖੁਸ਼ੀ ਨਹੀਂ ਹੈ, ਮੁੱਖ ਮੰਤਰੀ ਬਣ ਕੇ ਖੁਸ਼ੀ ਨਹੀਂ, ਉਹ ਜਿਹੜੀ ਖੁਸ਼ੀ ਵਾਸਤੇ ਉਹਨੇ ਸਾਰਾ ਕੁਝ ਕੀਤਾ। ਮੈਨੂੰ ਇਹ ਲੱਗਦਾ ਕਿ ਅੰਦਰੋਂ ਅੰਦਰੀ ਭਗਵੰਤ ਮਾਨ ਵੀ ਜਿਹੜਾ ਹੈ ਉਹ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਇਸ ਲਾਰੇ ਦੇ ਪ੍ਰੈਸ਼ਰ ਦੇ ਵਿੱਚ ਹੈ, ਕਿਉਂਕਿ ਬਹੁਤ ਸਾਰਾ ਹੋਰ ਕੁਝ ਅੰਦਰੋਂ ਅੰਦਰੀ ਚੱਲ ਰਿਹਾ ਜਿਹੜਾ ਕਿ ਆਮ ਲੋਕਾਂ ਦੇ ਜਿਹੜਾ ਹੈ ਉਹ ਨਹੀਂ ਸਾਹਮਣੇ ਆਉਂਦਾ, ਪਰ ਹੌਲੀ ਹੌਲੀ ਜਿਹੜਾ ਉਹ ਆ ਜਾਏਗਾ। ਕਿਉਂਕਿ ਜਿੰਨੀ ਵਾਰ ਵੀ ਤੁਸੀਂ ਉਸ ਦੀ ਕੋਈ ਇੰਟਰਵਿਊ ਦੇਖਦੇ ਹੋ, ਕੁਝ ਦੇਖਦੇ ਹੋ, ਉਹ ਕੋਈ ਫੇਸ ਇਦਾਂ ਦਾ ਨਹੀਂ ਹੈ ਕਿ ਜਿਸ ਦੇ ਵਿੱਚ ਤੁਹਾਨੂੰ ਇਹ ਲੱਗੇ ਮਹਿਸੂਸ ਹੋਵੇ ਵੀ ਭਾਈ ਇੱਕ ਮੁੱਖ ਮੰਤਰੀ ਗੜਸਨਾ ਜਿਹੜਾ ਉਹ ਗੱਲ ਕਰ ਰਿਹਾ ਹੈਗਾ, ਜਾਂ ਉਸ ਮੁੱਖ ਮੰਤਰੀ ਦੇ ਅੰਦਰੋਂ ਇਹ ਚੀਜ਼ ਨਿਕਲ ਰਹੀ ਆ। ਕੁਝ ਚੀਜ਼ਾਂ ਵੀ ਉਹਨੂੰ ਜਿੱਦਾਂ ਮਜਬੂਰੀ ਦੇ ਵਿੱਚ ਕਰਨੀਆਂ ਪੈ ਰਹੀਆਂ ਨੇ, ਜਾਂ ਜਿੱਦਾਂ ਵਾਹਵਾ ਵੀ ਕਰਾਉਣੀ ਪੈ ਰਹੀ ਆ ਤਾਂ ਉਹ ਇਸ ਤਰ੍ਹਾਂ ਦੇ ਨਾਲ ਹੀ ਕਰਾਉਣੀ ਪੈ ਰਹੀ ਹੈਗੀ ਆ।
ਸੋ ਇਹ ਸਭ ਕੁਝ ਜਿਹੜਾ ਕੁਝ ਇਹ ਕਰਦੇ ਪਏ ਨੇ ਨਾ, ਇਹ ਜੋ ਕੁਝ ਹੋ ਰਿਹਾ ਇਹ ਹੈ ਖਤਰਨਾਕ। ਆਉਣ ਵਾਲੇ ਸਮੇਂ ਦੇ ਵਿੱਚ ਇਹ ਖਤਰਨਾਕ ਹੀ ਆ। ਉਹ ਕਾਰਨ ਉਹਦਾ ਇਹੀ ਆ ਕਿ ਜਦੋਂ ਤੁਸੀਂ ਝੂਠ ਬੋਲ ਕੇ ਸਾਰਾ ਕੁਝ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਸਾਰਾ ਕੁਝ ਕਰੋਗੇ ਤਾਂ ਫਿਰ ਇੱਕ ਸਾਰਾ ਕੁਝ ਜਿਹੜਾ ਹੈ ਉਹ ਇੱਕ ਦਿਨ ਤਾਂ ਸਾਹਮਣੇ ਆਉਣਾ ਹੀ ਆ ਨਾ। ਇੱਕ ਦਿਨ ਤਾਂ ਸਾਹਮਣੇ ਸਾਰਾ ਕੁਝ ਆਏਗਾ ਹੀ, ਹਰ ਹਾਲਤ ਵਿੱਚ ਜਿਹੜਾ ਉਹ ਆਏਗਾ, ਕਿਉਂਕਿ ਤੁਸੀਂ ਉਹਨੂੰ ਕਿੰਨੇ ਕੁ ਦਿਨ ਲੋਕਾਂ ਤੋਂ ਜਿਹੜਾ ਉਹ ਛੁਪਾ ਕੇ ਰੱਖੋਗੇ। ਸੋ ਇੱਕ ਦਿਨ ਇਹ ਚੀਜ਼ਾਂ ਜਿਹੜੀਆਂ ਨੇ ਉਹ ਜਦੋਂ ਸਾਹਮਣੇ ਆਉਂਦੀਆਂ ਨੇ ਤੇ ਫਿਰ ਤੁਹਾਡੇ ਜਿਹੜਾ ਹੈ ਉਹ ਪੱਲੇ ਦੱਲੇ ਕੁਝ ਹੁੰਦਾ ਨਹੀਂ, ਕਿਉਂਕਿ ਤੁਸੀਂ ਜਨਤਾ ਨਾਲ ਝੂਠ ਬੋਲ ਕੇ ਜਿਹੜਾ ਉਹ ਸਾਰਾ ਕੁਝ ਕਰ ਰਹੇ ਹੁੰਦੇ ਹੋ। ਤੇ ਉਹਦੇ ਨਾਲ ਇੱਕ ਦਿਨ ਤਾਂ ਫਿਰ ਜਦੋਂ ਇਹ ਸਾਰਾ ਕੁਝ ਆਉਂਦਾ ਸਾਹਮਣੇ, ਉਦੋਂ ਫਿਰ ਸਾਡੇ ਕੋਲ ਜਵਾਬ ਦੇਣ ਨੂੰ ਕੁਝ ਨਹੀਂ ਹੁੰਦਾ, ਜਾਂ ਸਾਡੇ ਕੋਲ ਕਹਿਣ ਨੂੰ ਕੁਝ ਨਹੀਂ ਹੁੰਦਾ ਪਬਲਿਕ ਵਾਸਤੇ। ਤੇ ਤੁਹਾਡੇ ਫੇਸ ਦੇ ਉੱਤੇ ਜਿਹੜਾ ਹੈ ਉਹ ਖੁਸ਼ੀ ਆਏਗੀ ਕਿਵੇਂ? ਖੁਸ਼ੀ ਆ ਨਹੀਂ ਸਕਦੀ ਕਿਸੇ ਵੀ ਤਰੀਕੇ ਦੇ ਨਾਲ, ਮੇਰੇ ਹਿਸਾਬ ਦੇ ਨਾਲ ਤੇ ਜਿਹੜੀ ਆ ਉਹ ਨਹੀਂ ਆ ਸਕਦੀ ਹੈਗੀ। ਇਸ ਕਰਕੇ ਜੇ ਇਹਨਾਂ ਨੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਹਿਣ ਦਿੱਤਾ ਜੋ ਕੁਝ ਹੁਣ ਚੱਲ ਰਿਹਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਣਾ ਇਹ ਕੋਈ ਨਾ ਕੋਈ ਇਹਨਾਂ ਦੇ ਅੰਦਰ ਹੀ ਜਿਹੜਾ ਹੈ ਉਹ ਕੋਈ ਬਾਗੀ ਸੁਰਾਂ ਜਿਹੜੀਆਂ ਨੇ ਉਹ ਚੱਲ ਪੈਣਗੀਆਂ। ਤੇ ਉਹ ਕਿਸੇ ਜਦੋਂ ਇਹ ਸਾਰਾ ਕੁਝ ਚੱਲ ਪੈਣਾ ਨਾ, ਫਿਰ ਇਹਨਾਂ ਕੋਲ ਰੁਕਣਾ ਨਹੀਂ, ਕਿਉਂਕਿ ਹੱਲੇ ਤਾਂ ਮਹੀਨੇ ਦਾ ਚਾਰਟ ਦੇ ਰਹੇ ਨੇ ਨਾ। ਮੈਂ ਉਹ ਚਾਰਟ ਹੀ ਵੇਖ ਰਿਹਾ ਸੀਗਾ ਕਿ ਮਹੀਨੇ ਦਾ ਚਾਰਟ ਤਾਂ ਦੇ ਰਹੇ ਨੇ ਕਿ ਭਾਈ ਆਹ ਜਿਹੜੀ ਚੀਜ਼ ਹੈਗੀ ਆ ਇਹਨੂੰ ਅਸੀਂ ਆਹ ਕਰ ਦਿੱਤੀ, ਆਹ ਜਨਤਾ ਵਾਸਤੇ ਅਸੀਂ ਕਰ ਦਿੱਤਾ। ਪਰ ਅਖੀਰ ਕੀ ਆ ਕਿ ਇਹ ਸਾਰਾ ਕੁਝ ਇਹਨਾਂ ਕੋਲ ਸੰਭਲਿਆ ਜਾਣਾ ਨਹੀਂ ਹੈਗਾ। ਬਹੁਤ ਸਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਨੇ ਉਹ ਇਹਨਾਂ ਅੱਗੇ ਖੜੀਆਂ ਹੋਣਗੀਆਂ, ਕਿਉਂਕਿ ਲਾਲੇ ਨੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਕੰਮ ਕਰ ਨਹੀਂ ਦੇਣਾ। ਉਹ ਇੱਕੋ ਹੀ ਸੁਪਰੀਮੋ ਆ, ਇਹ ਤੇ ਵਿਚਾਰਾ ਐਵੇਂ ਮਿੱਟੀ ਦਾ ਬਾਵਾ ਜਿਹੜਾ ਇੱਕ ਰਬੜ ਸਟੈਂਪ ਜਿਹੜਾ ਉਹਨਾਂ ਨੇ ਪੈਦਾ ਕਰ ਲਿਆ। ਜਿੰਨੀ ਦੇਰ ਬਾਵਾ ਨਹੀਂ ਬੋਲਦਾ, ਜਿੰਨੀ ਦੇਰ ਰਬੜ ਸਟੈਂਪ ਬਣਿਆ ਰਹੂਗਾ, ਉਨੀ ਦੇਰ ਲਾਲਾ ਇਹਨੂੰ ਰੱਖੂਗਾ। ਜਿੱਦਣ ਮਾੜੀ ਜੀ ਕੋਈ ਗੱਲਬਾਤ ਕੀਤੀ, ਲਾਲੇ ਨੇ ਇਹਨਾਂ ਨੂੰ ਚੁੱਕ ਕੇ ਜਿਹੜਾ ਉਹ ਸਾਈਡ ਦੇ ਉੱਤੇ ਕਰ ਦੇਣਾ ਹੈਗਾ। ਸੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ। ਕੱਲ ਨੂੰ ਆਪਾਂ ਦੁਬਾਰਾ ਨਵੇਂ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਸੋ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਦਾ, ਜ਼ਰੂਰ ਆਪਣੇ ਕਮੈਂਟ ਜਿਹੜੇ ਨੇ ਸਾਨੂੰ ਪਹੁੰਚਦੇ ਕਰਿਆ ਕਰੋ। ਸੋ ਭੈ ਕਾਹੂ ਕੋ ਦੇਤਨਾ ਨਾ ਭੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।